TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਅੱਜ ਦੇ ਪ੍ਰੋਗਰਾਮ ਵਿੱਚ ਕੁਝ ਆ ਖਬਰਾਂ ਵਿਚਾਰੀਏ। ਯੂਪੀ 'ਚ ਕਿਸਾਨ ਆਗੂ ਕਰਨਗੇ ਵੋਟ ਤੇ ਚੋਟ। ਉੱਤਰਾਖੰਡ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ, 14 ਮੌਤਾਂ, ਪ੍ਰਧਾਨ ਮੰਤਰੀ ਨੇ ਪ੍ਰਗਟਾਇਆ ਦੁੱਖ। ਪੰਜਾਬ ਵਿੱਚ ਚੋਣ ਨਤੀਜਿਆਂ ਤੋਂ ਪਹਿਲਾਂ ਜੋੜ ਤੋੜ ਦੀ ਰਾਜਨੀਤੀ ਸ਼ੁਰੂ। ਪੰਜਾਬ 'ਚ ਕਿਵੇਂ ਬਣ ਸਕਦੀ ਹੈ ਸਰਕਾਰ ਅਤੇ ਸਿੱਖ ਇਤਿਹਾਸ ਬਾਰੇ ਗਲਤ ਤੱਥਾਂ ਦਾ ਮਾਮਲਾ ਭਖਿਆ। ਦੋਸਤੋ, ਇਹ ਕੁਝ ਖਬਰਾਂ ਵਿਸਥਾਰ ਨਾਲ ਵਿਚਾਰਾਂਗੇ। ਇਹਦੇ ਤੋਂ ਪਹਿਲਾਂ ਕਿ ਇਹਨਾਂ ਦੇ ਉੱਤੇ ਵਿਸਥਾਰ ਨਾਲ ਚਰਚਾ ਕਰਾਂ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪ੍ਰੋਗਰਾਮ ਦੇਖਣ ਸੁਣਨ ਤੋਂ ਬਾਅਦ ਜੇਕਰ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ। ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਹੁਣ ਇਹਨਾਂ ਦੇ ਉੱਤੇ ਚਰਚਾ ਕਰੀਏ। ਪੰਜਾਬ ਦੇ ਵਿੱਚ 20 ਫਰਵਰੀ ਨੂੰ ਚੋਣਾਂ ਮੁਕੰਮਲ ਹੋ ਗਈਆਂ ਨੇ। ਨਤੀਜਿਆਂ ਦੀ ਉਡੀਕ ਹੈ ਤੇ ਨਤੀਜਿਆਂ ਤੱਕ ਸਾਰੇ ਦੇ ਸਾਰੇ ਆਪਣੇ ਆਪ ਨੂੰ ਕੋਈ ਮੁੱਖ ਮੰਤਰੀ ਮਹਿਸੂਸ ਕਰ ਰਿਹਾ ਹੈ ਤੇ ਕੋਈ MLA। ਪਰ ਯੂਪੀ ਦੇ ਵਿੱਚ ਹਾਲੇ ਚੋਣਾਂ ਹੋ ਰਹੀਆਂ ਨੇ। ਯੂਪੀ ਦੀਆਂ ਇਹਨਾਂ ਚੋਣਾਂ ਦੇ ਵਿੱਚ ਪ੍ਰਯਾਗਰਾਜ, ਗੋਰਖਪੁਰ, ਵਾਰਾਣਸੀ ਅਤੇ ਕਈ ਹੋਰਨਾਂ ਥਾਵਾਂ ਤੇ ਜਿੱਥੇ ਚੋਣਾਂ ਹੋ ਰਹੀਆਂ ਨੇ, ਉੱਥੇ ਰਾਕੇਸ਼ ਟਕੈਤ ਜਿਹੜੇ ਕਿਸਾਨ ਆਗੂ ਨੇ, ਉਹ ਸੰਯੁਕਤ ਕਿਸਾਨ ਮੋਰਚਾ ਦੇ ਕਈ ਹੋਰ ਆਗੂ ਵੀ ਇਹਨਾਂ ਥਾਵਾਂ ਦਾ, ਇਹਨਾਂ ਜ਼ਿਲ੍ਹਿਆਂ ਦਾ ਦੌਰਾ ਕਰਨਗੇ। ਰਾਕੇਸ਼ ਟਕੈਤ ਸੰਯੁਕਤ ਕਿਸਾਨ ਮੋਰਚਾ ਦੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਵੀ ਨੇ ਅਤੇ ਇੱਕ ਤਕੜੇ ਧੜੱਲੇਦਾਰ ਆਗੂ ਨੇ। ਸੰਯੁਕਤ ਕਿਸਾਨ ਮੋਰਚਾ ਦਰਅਸਲ ਤੁਹਾਨੂੰ ਯਾਦ ਹੀ ਹੈ ਕਿ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਦਾ ਇੱਕ ਸਾਂਝਾ ਮੰਚ ਹੈ। ਇਸੇ ਹੀ ਮੰਚ ਨੇ ਅਗਵਾਈ ਕੀਤੀ ਸੀ ਜਿਹੜਾ ਕੇਂਦਰ ਸਰਕਾਰ ਦੇ ਖਿਲਾਫ ਲੰਬਾ ਇੱਕ ਧਰਨਾ ਚੱਲਿਆ ਸੀ। ਤਕਰੀਬਨ 382 ਦਿਨ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਰਹੇ ਸੀ। ਆਖਰਕਾਰ ਕੇਂਦਰ ਸਰਕਾਰ ਨੂੰ ਝੁਕਣਾ ਪਿਆ ਸੀ, ਮਜਬੂਰ ਹੋਣਾ ਪਿਆ ਸੀ ਕਿ ਤਿੰਨੇ ਕਾਨੂੰਨ ਵਾਪਸ ਲੈਣੇ ਪਏ ਸੀ। ਹੁਣ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਸੌਰਭ ਉਪਾਧਿਆਏ, ਉਹਨਾਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ 23 ਫਰਵਰੀ ਨੂੰ ਪ੍ਰਯਾਗਰਾਜ 'ਚ, 28 ਫਰਵਰੀ ਨੂੰ ਗੋਰਖਪੁਰ 'ਚ ਅਤੇ 2 ਮਾਰਚ ਨੂੰ ਵਾਰਾਣਸੀ ਦੇ ਵਿੱਚ ਇੱਕ ਪੱਤਰਕਾਰ ਸੰਮੇਲਨ ਕਰਨਗੇ। ਉਹਨਾਂ ਨੇ ਦੱਸਿਆ ਕਿ ਇਹਨਾਂ ਦੇ ਵਿੱਚ ਕਿਸਾਨ ਆਗੂ ਰਾਕੇਸ਼ ਟਕੈਤ ਵੀ ਹੋਣਗੇ, ਸ਼ਿਵ ਕੁਮਾਰ ਸ਼ਰਮਾ ਜਿਹਨਾਂ ਨੂੰ ਕੱਕਾ ਜੀ ਕਹਿੰਦੇ ਨੇ ਉਹ ਵੀ ਹੋਣਗੇ, ਯੋਗਿੰਦਰ ਯਾਦਵ ਵੀ ਹੋਣਗੇ ਅਤੇ ਕਈ ਹੋਰ ਕਿਸਾਨ ਆਗੂਆਂ ਦੇ ਪਹੁੰਚਣ ਦੀ ਵੀ ਸੰਭਾਵਨਾ ਹੈ ਜਿਹੜੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਸ਼ਿਰਕਤ ਕਰਨਗੇ। ਉਹ ਕਹਿੰਦੇ ਅਸੀਂ ਇਹਨਾਂ ਜ਼ਿਲ੍ਹਿਆਂ ਦਾ ਦੌਰਾ ਕਰਕੇ ਇਹ ਨਹੀਂ ਕਹਿਣਾ ਕਿ ਕਿਹੜੀ ਪਾਰਟੀ ਦੇ ਹੱਕ ਵਿੱਚ ਵੋਟ ਪਾਇਓ। ਅਸੀਂ ਕਿਸੇ ਪਾਰਟੀ ਦੇ ਹੱਕ ਵਿੱਚ ਨਹੀਂ ਖਲੋਣਾ, ਪਰ ਅਸੀਂ ਲੋਕਾਂ ਨੂੰ ਇਹ ਜ਼ਰੂਰ ਕਹਾਂਗੇ ਕਿ ਉਹਨਾਂ ਲੋਕਾਂ ਨੂੰ ਜ਼ਰੂਰ ਸਜ਼ਾ ਦਿੱਤੀ ਜਾਵੇ ਜਿਹੜੇ ਕਿਸਾਨਾਂ ਦੇ ਖਿਲਾਫ ਨੇ। ਹੁਣ ਇਹ ਤਾਂ ਯੂਪੀ ਦੇ ਲੋਕ ਵੀ ਜਾਣਦੇ ਨੇ ਜਿਨ੍ਹਾਂ ਨੇ ਚੋਣਾਂ ਦੇ ਵਿੱਚ ਹਿੱਸਾ ਲੈਣਾ ਜਾਂ ਵੋਟਾਂ ਪਾਉਣੀਆਂ ਨੇ ਕਿ ਕਿਹੜੀਆਂ ਪਾਰਟੀਆਂ ਕਿਸਾਨਾਂ ਦੇ ਖਿਲਾਫ ਜਾਂ ਕਿਹੜੀ ਕੋਈ ਹੱਕ ਦੇ ਵਿੱਚ ਬੋਲੀ। ਪਰ ਕਹਿੰਦੇ ਇਹ ਗੱਲ ਅਸੀਂ ਫਿਰ ਸਾਫ਼ ਕਰ ਦਈਏ ਕਿ ਕਿਸੇ ਨੂੰ ਵੋਟ ਪਾਉਣ ਵਾਸਤੇ ਨਹੀਂ ਕਹਿਣਾ, ਪਰ ਹਾਂ ਮੁਖਾਲਫਤ ਕਿਹਦੀ ਕੀਤੀ ਜਾਵੇ, ਕਿਉਂ ਕੀਤੀ ਜਾਵੇ, ਉਹ ਅਸੀਂ ਤੱਥਾਂ ਨੂੰ ਆਧਾਰ ਬਣਾ ਕੇ ਗੱਲ ਕਰਾਂਗੇ। ਦੱਸਣਾ ਬਣਦਾ ਕਿ ਯੂਪੀ ਦੇ ਵਿੱਚ ਕੁੱਲ 7 ਪੜਾਅ ਦੇ ਵਿੱਚ 403 ਵਿਧਾਨ ਸਭਾ ਹਲਕਿਆਂ ਵਾਸਤੇ ਚੋਣਾਂ ਹੋ ਰਹੀਆਂ ਨੇ। 23 ਫਰਵਰੀ ਨੂੰ ਯੂਪੀ ਦੀਆਂ ਚੋਣਾਂ ਦਾ ਚੌਥਾ ਪੜਾਅ ਹੈ। ਇਸ ਚੌਥੇ ਪੜਾਅ ਦੇ ਵਿੱਚ ਯੂਪੀ ਦੇ 9 ਜ਼ਿਲ੍ਹਿਆਂ ਦੇ ਵਿੱਚ 59 ਵਿਧਾਨ ਸਭਾ ਹਲਕੇ ਪੈਂਦੇ ਨੇ ਤੇ ਇਹਨਾਂ 59 ਵਿਧਾਨ ਸਭਾ ਹਲਕਿਆਂ ਦੇ ਵਿੱਚ 624 ਉਮੀਦਵਾਰ ਨੇ ਜਿਹੜੀ ਆਪਣੀ ਕਿਸਮਤ ਅਜ਼ਮਾ ਰਹੇ ਨੇ। ਪ੍ਰਯਾਗਰਾਜ ਦੇ ਵਿੱਚ 27 ਫਰਵਰੀ ਨੂੰ, ਗੋਰਖਪੁਰ ਦੇ ਵਿੱਚ 3 ਮਾਰਚ ਨੂੰ ਅਤੇ ਵਾਰਾਣਸੀ ਦੇ ਵਿੱਚ 7 ਮਾਰਚ ਨੂੰ ਜਿਹੜੀਆਂ ਨੇ ਇਹ ਵੋਟਾਂ ਹੋਣੀਆਂ ਨੇ ਅਤੇ 10 ਮਾਰਚ ਨੂੰ ਨਤੀਜੇ ਐਲਾਨੇ ਜਾਣੇ ਨੇ। ਮੈਂ ਪਹਿਲਾਂ ਵੀ ਜ਼ਿਕਰ ਕਰ ਰਿਹਾ ਸੀ ਕਿ 10 ਮਾਰਚ ਨੂੰ ਹੀ ਪੰਜਾਬ ਵਿਧਾਨ ਸਭਾ ਦੇ ਚੋਣ ਨਤੀਜੇ ਵੀ ਆਉਣੇ ਨੇ, ਜਿਸ ਦੇ ਵਿੱਚ ਦੇਖਣਾ ਪਏਗਾ ਕਿ ਕੌਣ ਜਿੱਤਦਾ ਤੇ ਕੌਣ ਹਾਰਦਾ ਹੈ। ਇਹ ਤਾਂ ਹੁਣ ਯੂਪੀ ਦੇ ਵਿੱਚ ਯੂਪੀ ਦੇ ਲੋਕਾਂ ਨੇ ਦੇਖਣਾ, ਯੂਪੀ ਦੇ ਵੋਟਰਾਂ ਨੇ ਦੇਖਣਾ ਕਿ ਕਿਹਨੂੰ ਜਿਤਾਉਣਾ ਹੈ ਤੇ ਕਿਹਨੂੰ ਹਰਾਉਣਾ ਹੈ। ਭਾਰਤੀ ਜਨਤਾ ਪਾਰਟੀ ਨੂੰ ਲੱਗਦਾ ਕਿ ਦੁਬਾਰਾ ਅਸੀਂ ਫੇਰ ਉੱਥੇ ਚੁਣੇ ਜਾਵਾਂਗੇ। ਸਮਾਜਵਾਦੀ ਪਾਰਟੀ ਨੂੰ ਲੱਗਦਾ ਕਿ ਨਹੀਂ, ਨੰਬਰ ਸਾਡਾ ਹੈ। ਬਹੁਜਨ ਸਮਾਜ ਪਾਰਟੀ ਵਾਲੇ ਕਹਿੰਦੇ ਨਹੀਂ, ਵਾਰੀ ਤਾਂ ਹੁਣ ਸਾਡੀ ਬਣਦੀ ਹੈ। ਕਾਂਗਰਸ ਵਾਲੇ ਵੀ ਉੱਥੇ ਜੱਦੋ ਜਹਿਦ ਕਰ ਰਹੇ ਨੇ, ਪਰ ਭਾਜਪਾ ਦੇ ਆਗੂ ਕਹਿੰਦੇ ਨੇ ਕਿ ਸਪਾ ਤੇ ਬਸਪਾ ਤਾਂ ਅਸੀਂ ਸਾਫ਼ ਕਰ ਦਿਆਂਗੇ ਤੇ ਕਾਂਗਰਸ ਤੱਕ ਤੇ ਦੂਰਬੀਨ ਲੈ ਕੇ ਦੂਰ ਦੂਰ ਤੱਕ ਨਜ਼ਰ ਨਹੀਂ ਆਉਣੀ। ਪਰ ਵੇਖਦੇ ਹਾਂ ਕਿ ਚੋਣਾਂ ਹੋ ਰਹੀਆਂ ਨੇ ਕਿ 10 ਮਾਰਚ ਨੂੰ ਨਤੀਜਿਆਂ ਦੇ ਵਿੱਚ ਕੌਣ ਜਿੱਤਦਾ ਹੈ ਤੇ ਕੌਣ ਹਾਰਦਾ ਹੈ। ਯੂਪੀ ਦੇ ਵਿੱਚੋਂ ਉੱਤਰਾਖੰਡ ਬਣਾ ਦਿੱਤਾ ਗਿਆ ਸੀ।
ਉੱਤਰਾਖੰਡ ਦੇ ਵਿੱਚੋਂ ਇੱਕ ਬਹੁਤ ਮੰਦਭਾਗੀ ਖਬਰ ਮਿਲੀ ਹੈ। ਉੱਤਰਾਖੰਡ ਦੇ ਚੰਪਾਵਤ ਜ਼ਿਲ੍ਹੇ ਦੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਤੇ ਇਸ ਜ਼ਿਲ੍ਹੇ ਦੇ ਵਿੱਚ ਸੁੱਖੀ ਢਾਂਗ ਰੀਠਾ ਸਾਹਿਬ ਨੇੜੇ ਇੱਕ ਗੱਡੀ ਬੇਕਾਬੂ ਹੋਈ ਅਤੇ ਇੱਕ ਡੂੰਘੀ ਖੱਡ ਵਿੱਚ ਜਾ ਡਿੱਗੀ। ਕੁੱਲ 16 ਵਿਅਕਤੀ ਉਸ ਗੱਡੀ ਵਿੱਚ ਸਵਾਰ ਸੀ। 16 ਦੇ ਵਿੱਚੋਂ 14 ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਸਾਰੇ ਦੇ ਸਾਰੇ ਵਿਅਕਤੀ ਇੱਕ ਵਿਆਹ ਦੇ ਵਿੱਚੋਂ ਵਾਪਸ ਪਰਤ ਰਹੇ ਸੀ ਤੇ ਇਸ ਹਾਦਸੇ ਦੇ ਉੱਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਦਮੋਦਰ ਦਾਸ ਮੋਦੀ ਹੋਰਾਂ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ। ਜਾਣਕਾਰੀ ਦੇ ਮੁਤਾਬਕ ਹਾਦਸਾ ਚੰਪਾਵਤ ਤੋਂ ਤਕਰੀਬਨ 65 ਕਿਲੋਮੀਟਰ ਦੀ ਦੂਰੀ ਤੇ ਵਾਪਰਿਆ। ਉੱਥੋਂ ਦੇ DIG ਨਰੇਸ਼ ਆਨੰਦ ਭਰਣੇ ਨੇ ਦੱਸਿਆ ਕਿ ਹਾਦਸਾ ਸੁੱਖੀ ਢਾਂਗ ਰੀਠਾ ਸਾਹਿਬ ਰੋਡ ਤੇ ਵਾਪਰਿਆ। ਇੱਕ ਬੇਕਾਬੂ ਗੱਡੀ ਤਕਰੀਬਨ 300 ਮੀਟਰ ਹੇਠਾਂ ਜਾ ਕੇ ਡਿੱਗ ਪਈ ਤੇ ਇਸ ਹਾਦਸੇ ਦੇ ਵਿੱਚ 14 ਲੋਕਾਂ ਦੀ ਮੌਤ ਅਤੇ 2 ਗੰਭੀਰ ਜ਼ਖਮੀ ਨੇ। ਤਕਰੀਬਨ ਵੱਡਾ ਤੜਕਾ ਸੀ ਮੰਗਲਵਾਰ ਦਾ ਜਦੋਂ ਇਹ ਹਾਦਸਾ ਵਾਪਰਦਾ ਹੈ ਤੇ ਹਾਦਸੇ ਦੀ ਸੂਚਨਾ ਮਿਲੀ, ਪੁਲਿਸ ਵੀ ਪਹੁੰਚੀ, ਬਚਾਅ ਟੀਮਾਂ ਵੀ ਪਹੁੰਚੀਆਂ ਤੇ ਰਾਹਤ ਬਚਾਅ ਦਾ ਕੰਮ ਤੁਰੰਤ ਸ਼ੁਰੂ ਕਰ ਦਿੱਤਾ ਗਿਆ ਸੀ। 14 ਲਾਸ਼ਾਂ ਨੂੰ ਖੱਡ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ ਸੀ। 2 ਜਿਹੜੇ ਗੰਭੀਰ ਜ਼ਖਮੀ ਸਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਸੀ ਅਤੇ ਇਹ ਵੀ ਪਤਾ ਲੱਗਾ ਕਿ ਡਰਾਈਵਰ ਹੈ ਉਹ ਜਿਹੜਾ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ। ਪ੍ਰਧਾਨ ਮੰਤਰੀ ਹੋਰਾਂ ਨੇ ਉਚੇਚੇ ਤੌਰ ਤੇ ਇਸ ਹਾਦਸੇ ਦੇ ਉੱਤੇ ਟਵੀਟ ਕੀਤਾ ਹੈ ਅਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਪ੍ਰਧਾਨ ਮੰਤਰੀ ਨੇ ਟਵੀਟ ਦੇ ਵਿੱਚ ਲਿਖਿਆ ਹੈ ਕਿ ਉੱਤਰਾਖੰਡ ਦੇ ਚੰਪਾਵਤ ਵਿੱਚ ਵਾਪਰਿਆ ਹਾਦਸਾ ਦਿਲ ਕੰਬਾਊ ਹੈ। ਇਹਦੇ ਵਿੱਚ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ ਮੈਂ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕਰਦਾ ਹਾਂ। ਸਥਾਨਕ ਪ੍ਰਸ਼ਾਸਨ ਰਾਹਤ ਅਤੇ ਬਚਾਅ ਕੰਮ ਵਿੱਚ ਜੁਟਿਆ ਹੋਇਆ ਹੈ। ਇਹਦੇ ਨਾਲ ਹੀ ਕੱਲ ਹਿਮਾਚਲ ਪ੍ਰਦੇਸ਼ ਦੇ ਊਨਾ ਦੇ ਵਿੱਚ ਇੱਕ ਪਟਾਕਾ ਫੈਕਟਰੀ ਵਿੱਚ ਧਮਾਕਾ ਹੋਇਆ ਸੀ। ਉੱਥੇ ਵੀ 7 ਮੌਤਾਂ ਹੋ ਗਈਆਂ ਸਨ। ਪ੍ਰਧਾਨ ਮੰਤਰੀ ਨੇ ਉਹਨਾਂ ਦੀਆਂ ਮੌਤਾਂ ਦੇ ਉੱਤੇ ਵੀ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਹੁਣ ਭਾਰਤ ਦੇ ਉਹ ਪ੍ਰਧਾਨ ਮੰਤਰੀ ਨੇ ਦੁੱਖ ਦਾ ਇਜ਼ਹਾਰ ਕਰਨਾ ਵੀ ਬਣਦਾ ਹੈ। ਕੁਝ ਕੁ ਮਹੀਨੇ ਪਹਿਲਾਂ ਇਸੇ ਤਰ੍ਹਾਂ ਗੁਜਰਾਤ ਦੇ ਵਿੱਚ ਵੀ ਫੁੱਟਪਾਥ ਤੇ ਸੁੱਤੇ ਪਏ ਸਨ ਕੁਝ ਲੋਕ, ਉਹਨਾਂ ਦੇ ਉੱਤੇ ਟਰੱਕ ਜਾ ਚੜਿਆ ਸੀ, ਉੱਥੇ ਵੀ ਮੌਤਾਂ ਹੋਈਆਂ ਸੀ। ਉਸ ਵਕਤ ਵੀ ਭਾਰਤ ਦੇ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਸੀ ਅਤੇ ਦੁੱਖ ਦਾ ਇਜ਼ਹਾਰ ਕੀਤਾ ਸੀ। ਪਰ ਜਦੋਂ ਇਸ ਤਰ੍ਹਾਂ ਦਾ ਕੋਈ ਵੀ ਭਿਆਨਕ ਹਾਦਸਾ ਵਾਪਰਦਾ ਤੇ ਦਿਲ ਵਲੂੰਦਰਿਆ ਜਾਂਦਾ ਹੈ, ਉਹਨਾਂ ਦਾ ਫਰਜ਼ ਵੀ ਬਣਦਾ ਹੈ। ਪਰ ਸਵਾਲ ਇੱਥੇ ਇਹ ਪੈਦਾ ਹੁੰਦਾ ਹੈ ਕਿ ਲਖੀਮਪੁਰ ਖੀਰੀ ਦੇ ਵਿੱਚ ਕਾਂਡ ਵਾਪਰਿਆ ਸੀ, ਮੌਤਾਂ ਉੱਥੇ ਵੀ ਹੋਈਆਂ ਸੀ, ਹਾਲੇ ਤੱਕ ਕੀ ਦੁੱਖ ਨਹੀਂ ਆਇਆ? ਉਹਦਾ ਟਵੀਟ ਕਿਉਂ ਨਹੀਂ ਕੀਤਾ ਗਿਆ? ਇਹ ਸੱਚਮੁੱਚ ਵੱਡਾ ਸਵਾਲ ਹੈ ਕਿ ਇਸ ਮਸਲੇ ਨੂੰ ਲੈ ਕੇ ਸਮੇਂ-ਸਮੇਂ ਤੇ ਉਹਨਾਂ ਨੂੰ ਸਵਾਲ ਵੀ ਕੀਤੇ ਗਏ ਨੇ। ਇੱਥੋਂ ਤੱਕ ਕਿ ਜਿੰਨੇ ਕਿਸਾਨਾਂ ਦੀਆਂ ਮੌਤਾਂ ਕਿਸਾਨੀ ਸੰਘਰਸ਼ ਦੇ ਦੌਰਾਨ ਹੋਈਆਂ ਸੀ ਜਾਂ ਲਖੀਮਪੁਰ ਖੀਰੀ ਦੀਆਂ ਉਹ ਘਟਨਾ ਦੇ ਵਿੱਚ ਮੌਤਾਂ ਹੋਈਆਂ ਸੀ, ਇੱਥੋਂ ਤੱਕ ਕਿ ਰਾਹੁਲ ਗਾਂਧੀ ਹੋਰਾਂ ਨੇ ਇਹ ਕਿਹਾ ਸੀ ਕਿ ਕਿਉਂ ਨਾ 2 ਮਿੰਟ ਦਾ ਮੌਨ ਰੱਖ ਲਈਏ, ਸਹਿਮਤੀ ਨਹੀਂ ਸੀ ਪ੍ਰਗਟਾਈ। ਫਿਰ ਇੱਥੇ ਪਤਾ ਲੱਗਦਾ ਹੈ ਕਿ ਇੱਕ ਪਾਸੇ ਦੁੱਖ ਲੱਗਦਾ ਹੈ ਤੇ ਦੂਸਰੇ ਪਾਸੇ ਕੋਈ ਵਿਲਕਿਆ ਹੀ ਨਹੀਂ, ਦੂਸਰੇ ਪਾਸੇ ਕਿਸੇ ਦਾ ਦੁੱਖ ਹੋਇਆ ਹੀ ਨਹੀਂ। ਸੋ ਇਸ ਕਰਕੇ ਕਿਤੇ ਨਾ ਕਿਤੇ ਲੋਕਾਂ ਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਪ੍ਰਧਾਨ ਮੰਤਰੀ ਵਾਲਾ ਹੀ ਰੋਲ ਅਦਾ ਕਰਨ। ਇਹ ਨਹੀਂ ਕਿ ਇਹਨਾਂ ਦਾ ਦੁੱਖ ਹੈ ਤੇ ਇਹਨਾਂ ਦਾ ਦੁੱਖ ਹੈ ਨਹੀਂ। ਇਸੇ ਕਰਕੇ ਸ਼ਾਇਦ ਆ ਕਿਸਾਨ ਆਗੂ ਯੂਪੀ ਦੇ ਵਿੱਚ ਵੋਟ ਤੇ ਚੋਟ ਕਰਨ ਗਏ ਨੇ। ਹੁਣ ਪੰਜਾਬ ਦੇ ਵਿੱਚ ਚੋਣ ਹੋ ਚੁੱਕੀ ਹੈ। EVM ਦੇ ਵਿੱਚ 1304 ਉਮੀਦਵਾਰਾਂ ਦੀਆਂ ਕਿਸਮਤਾਂ ਬੰਦ ਹੋ ਚੁੱਕੀਆਂ ਨੇ। ਹੁਣ ਚੋਣ ਪ੍ਰਕਿਰਿਆ ਤੋਂ ਬਾਅਦ ਸਿਆਸੀ ਮਾਹਰ ਨਤੀਜਿਆਂ ਨੂੰ ਲੈ ਕੇ ਆਪੋ ਆਪਣੇ ਅਨੁਮਾਨ ਵੀ ਲਾ ਰਹੇ ਨੇ। ਪਰ ਇਹ ਅਨੁਮਾਨ ਜਿਸ ਤਰ੍ਹਾਂ ਅੱਗੇ ਕਹਿੰਦੇ ਸੀ ਪੱਕਾ ਹੀ ਹੋਊ, ਇਸ ਤਰ੍ਹਾਂ ਦਾ ਅਨੁਮਾਨ ਬਿਲਕੁਲ ਕੋਈ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ। ਮੁਕਾਬਲਾ ਇਹ ਦੱਸਿਆ ਜਾ ਰਿਹਾ ਹੈ ਕਿ ਹੋ ਸਕਦਾ ਕਿ ਸੱਤਾਧਾਰੀ ਧਿਰ ਕਾਂਗਰਸ ਅਤੇ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਵਿਚਕਾਰ ਰਿਹਾ ਹੋਵੇ। ਪਰ ਅਕਾਲੀ ਦਲ ਵੀ ਆਪਣੀ ਜ਼ਬਰਦਸਤ ਵਾਪਸੀ ਨੂੰ ਲੈ ਕੇ ਆਸਵੰਦ ਹੈ। ਹੁਣ ਜੇ ਇਸ ਆਸ ਦੇ ਉੱਤੇ ਵੇਖੀਏ ਤਾਂ 3 ਸਿਆਸੀ ਧਿਰਾਂ ਨੇ ਜਿਹੜੀਆਂ ਆਪੋ ਆਪਣੀਆਂ ਸਰਕਾਰਾਂ ਬਣਾਉਣ ਦੇ ਦਾਅਵੇ ਕਰ ਰਹੀਆਂ ਨੇ। ਇਹ ਤਿੰਨੇ ਹੀ ਵੱਡੀਆਂ ਸਿਆਸੀ ਪਾਰਟੀਆਂ ਨੂੰ ਉਮੀਦ ਹੈ ਕਿ 30 ਤੋਂ ਲੈ ਕੇ 40 ਸੀਟਾਂ ਉਹਨਾਂ ਨੂੰ ਜਿੱਤ ਸਕਦੇ ਨੇ। ਉਹ ਮੋਟਾ ਜਿਹਾ ਅਨੁਮਾਨ ਉਹ ਲਾ ਰਹੇ ਨੇ ਅਤੇ ਸਾਰਿਆਂ ਨੇ ਹੁਣ ਜੋੜ ਤੋੜ ਜਾਂ ਸਰਕਾਰ ਕਿਵੇਂ ਬਣੇ ਇਹ ਕਵਾਇਦ ਸ਼ੁਰੂ ਕਰ ਦਿੱਤੀ ਹੈ। 1992 ਤੋਂ ਬਾਅਦ ਪਹਿਲੀ ਵਾਰੀ ਆਪਣੇ ਦਮ ਤੇ ਚੋਣ ਲੜੀ ਭਾਰਤੀ ਜਨਤਾ ਪਾਰਟੀ ਨੇ, ਪਰ ਫਿਰ ਵੀ ਉਹਨਾਂ ਨੂੰ ਗੱਠਜੋੜ ਕਰਨਾ ਪਿਆ ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਦੇ ਨਾਲ। ਤੇ ਹੋ ਸਕਦਾ ਜਿਹੜਾ ਸਿਆਸੀ ਦ੍ਰਿਸ਼ ਇਸ ਵਕਤ ਨਜ਼ਰ ਆ ਰਿਹਾ ਹੈ, ਜੋ ਅਨੁਮਾਨ ਜੋ ਕਿਆਫੀਏ ਲਗਾਏ ਜਾ ਰਹੇ ਨੇ,
ਇਹ ਤੋਂ ਕੁਝ ਹੈਰਾਨੀਜਨਕ ਨਤੀਜੇ ਵੀ ਆ ਸਕਣ। ਪਰ ਭਾਜਪਾ ਨੂੰ ਲੱਗਦਾ ਕਿ ਉਹ ਕਿੰਗ ਮੇਕਰ ਦੀ ਭੂਮਿਕਾ 'ਚ ਆਉਣਗੇ। ਹਾਲਾਂਕਿ ਮੈਂ ਫਿਰ ਦੱਸ ਦਿਆਂ ਕਿ 10 ਮਾਰਚ ਤੋਂ ਪਹਿਲਾਂ ਸਾਰੇ ਇਹ ਕਿਆਫੇ ਨੇ, ਇਹ ਕਿਆਸ ਨੇ। 10 ਮਾਰਚ ਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ, ਤਸਵੀਰ ਸਾਫ਼ ਹੋ ਜੂ। ਪਰ ਜੇਕਰ ਜਿਸ ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾ ਰਹੇ ਨੇ, ਇਸ ਤਰ੍ਹਾਂ ਦੀ ਤਕੋਣੀ ਜੀ ਸਥਿਤੀ ਬਣਦੀ ਹੈ ਤਾਂ ਪੰਜਾਬ ਦੇ ਵਿੱਚ ਇੱਕ ਨਵਾਂ ਇਤਿਹਾਸ ਬਣ ਸਕਦਾ ਹੈ। ਫਿਰ ਜੇਕਰ ਇਸ ਤਰ੍ਹਾਂ ਦੀ ਸਥਿਤੀ ਬਣਦੀ ਹੈ ਤਾਂ ਫਿਰ ਬਦਲ ਕੀ ਹੋ ਸਕਦੇ ਨੇ, ਉਹਨਾਂ ਦੇ ਬਾਬਤ ਅੱਜ ਆਪਾਂ ਆਪਣੇ ਪ੍ਰੋਗਰਾਮ ਵਿੱਚ ਸੰਖੇਪ ਜੀ ਗੱਲਬਾਤ ਕਰਾਂਗੇ ਕਿ ਕੀ ਹੋ ਸਕਦਾ, ਬਦਲ ਕੀ ਹੋ ਸਕਦੇ ਨੇ। ਕਿਉਂਕਿ ਜਿਨ੍ਹਾਂ ਨੇ 5 ਸਾਲ ਤੁਹਾਡੇ ਤੇ ਰਾਜ ਕਰਨਾ ਤੇ ਕਿਵੇਂ ਕਰ ਸਕਦੇ ਨੇ, ਉਹਦੇ ਬਾਬਤ ਆਪਾਂ ਜਾਣਕਾਰੀ ਕਰਾਂਗੇ। ਹਾਲਾਂਕਿ 17-18 ਦਿਨ ਰਹਿੰਦੇ ਨੇ, ਚੋਣ ਨਤੀਜਿਆਂ ਤੋਂ ਬਾਅਦ ਹੀ ਪੰਜਾਬ ਦੇ ਵਿੱਚ ਸਰਕਾਰ ਬਣਨੀ ਹੈ। ਪਰ ਹੁਣ ਤੱਕ ਦੀ ਜਿਹੜੀ ਸਿਆਸੀ ਤਸਵੀਰ ਨਿਕਲ ਕੇ ਸਾਹਮਣੇ ਆ ਰਹੀ ਹੈ, ਜਿਵੇਂ ਰਣਨੀਤੀ ਘੜੀ ਜਾ ਰਹੀ ਹੈ, ਜਿਵੇਂ ਜੋੜ ਤੋੜ ਦੇ ਉੱਤੇ ਬਿਆਨਬਾਜ਼ੀ ਹੋ ਰਹੀ ਹੈ, ਉਹਦੇ ਤੋਂ ਕਈ ਸੰਭਾਵਨਾਵਾਂ ਪੈਦਾ ਹੁੰਦੀਆਂ ਨੇ। ਪੰਜਾਬ ਦੇ ਵਿੱਚ ਭਾਜਪਾ ਪਹਿਲੀ ਵਾਰ ਕਿਸੇ ਵੱਡੇ ਭਰਾ ਦੀ ਭੂਮਿਕਾ ਅਦਾ ਕਰ ਸਕਦੀ ਹੈ, ਜਾਂ ਇਹ ਆਖ ਸਕਦੇ ਹਾਂ ਕਿ ਭਾਜਪਾ ਦੇ ਮੈਦਾਨ ਦੇ ਵਿੱਚ ਆਉਣ ਨਾਲ, ਕਿਸਾਨਾਂ ਦੇ ਮੈਦਾਨ ਦੇ ਵਿੱਚ ਆਉਣ ਨਾਲ ਮੁਕਾਬਲਾ ਚੌਂਕੋਣਾ ਵੀ ਕਿਤੇ ਕਿਤੇ ਹੋਇਆ। ਪਰ ਇਹ ਵੀ ਪਤਾ ਲੱਗ ਰਿਹਾ ਕਿ ਸ਼ਾਇਦ ਇਹ ਪਹਿਲੀ ਵਾਰੀ ਹੋਣਾ ਕਿ ਕਿਸੇ ਪਾਰਟੀ ਨੂੰ ਹੁਣ ਬਹੁਮਤ ਨਾ ਮਿਲੇ। ਚੋਣ ਨਤੀਜਿਆਂ ਤੋਂ ਬਾਅਦ ਟੁੱਟ ਭੁੱਜ ਦਾ ਖਤਰਾ ਵਧੂਗਾ ਅਤੇ ਸੰਭਾਵਤ ਜੇਤੂ ਉਮੀਦਵਾਰਾਂ ਤੇ ਹੁਣ ਤੋਂ ਹੀ ਡੋਰੇ ਪਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਦਲ ਬਦਲੂ ਜਿਹੜਾ ਕਾਨੂੰਨ ਹੈ, ਉਹ ਵੀ ਉਮੀਦ ਹੈ ਕਿ ਜੋੜ ਤੋੜ ਦੇ ਵਾਸਤੇ ਹੋਣਾ ਕੀ ਚਾਹੀਦਾ ਹੈ ਕਿ ਜੇਕਰ 1 ਮੈਂਬਰ, 2 ਮੈਂਬਰ, 4 ਮੈਂਬਰ ਆਉਂਦੇ ਨੇ ਤਾਂ ਫਿਰ ਉਹਨਾਂ ਦੀ ਮੈਂਬਰਸ਼ਿਪ ਖਤਮ ਹੋ ਜਾਂਦੀ ਹੈ। ਜੋੜ ਤੋੜ ਦੇ ਵਾਸਤੇ ਦਲ ਬਦਲੂ ਕਾਨੂੰਨ ਤੋਂ ਬਚਣ ਦੇ ਵਾਸਤੇ 2/3 ਮੈਂਬਰਾਂ ਦਾ ਕਿਸੇ ਇੱਕ ਪਾਰਟੀ 'ਚ ਟੁੱਟਣਾ ਲਾਜ਼ਮੀ ਹੁੰਦਾ ਹੈ। ਮੰਨੋ ਕਿ ਕਿਸੇ ਪਾਰਟੀ ਦੇ 30 ਵਿਧਾਇਕ ਚੁਣੇ ਗਏ, ਜੇ ਤੋੜਨੇ ਨੇ, ਜੇ 19 ਟੁੱਟ ਗਏ ਤੇ ਉਹਨਾਂ ਤੇ ਇਹ ਕਾਨੂੰਨ ਦਲ ਬਦਲੀ ਵਾਲਾ ਲਾਗੂ ਹੋਊ। ਫਿਰ ਉਹਨਾਂ ਦੇ ਵਿੱਚੋਂ 30 ਦੇ ਵਿੱਚੋਂ 20 ਵਿਧਾਇਕ ਤੋੜਨੇ ਪੈਣਗੇ। ਕਿ ਸੱਚਮੁੱਚ ਇੰਨੇ ਵਿਧਾਇਕ ਟੁੱਟ ਜਾਣਗੇ? ਹੁਣ ਇੰਨੇ ਵਿਧਾਇਕਾਂ ਦੀ ਹੋ ਸਕਦਾ ਕਿ ਖਰੀਦੋ ਫਰੋਖਤ ਹੋਵੇ, ਪਰ ਫਿਰ ਹੋ ਕੀ ਸਕਦਾ ਹੈ? ਸਭ ਤੋਂ ਪਹਿਲਾਂ ਤਾਂ ਬੀਤੇ ਕੁਝ ਕੁ ਦਿਨਾਂ ਦੇ ਬਿਆਨ ਨੇ ਜਿਹੜੇ ਬਿਕਰਮ ਸਿੰਘ ਮਜੀਠੀਆ ਦਾ ਵੀ ਤੇ ਕੁਝ ਅਕਾਲੀ ਤੇ ਭਾਜਪਾ ਦੇ ਆਗੂਆਂ ਦੇ, ਕਿ ਅਕਾਲੀ ਦਲ ਤੇ ਭਾਜਪਾ ਫਿਰ ਇਕੱਠੇ ਹੋ ਸਕਦੇ ਨੇ ਜੇ ਨਤੀਜੇ ਇਸ ਤਰ੍ਹਾਂ ਦੇ ਆਏ ਕਿ ਅਕਾਲੀ ਦਲ 40 ਦੇ ਆਸ-ਪਾਸ ਸੀਟਾਂ ਜਿੱਤ ਲੈਂਦਾ, ਭਾਜਪਾ ਕਹਿੰਦੇ ਅਸੀਂ 15 ਤੋਂ 20 ਰਹਿ ਜਾਾਂਗੇ। ਆਜ਼ਾਦ ਤੇ ਹੋਰਨਾਂ ਨੂੰ ਮਿਲਾ ਕੇ ਪੰਜਾਬ 'ਚ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਉਹ ਕਹਿੰਦੇ ਅਸੀਂ ਬਣਾ ਲਾਂਗੇ। ਦੋਵੇਂ ਪਾਰਟੀਆਂ 1997 ਤੋਂ ਬਾਅਦ ਲਗਾਤਾਰ ਗੱਠਜੋੜ 'ਚ ਰਹੀਆਂ, ਪਰ ਬੀਤੇ ਵਰੇ ਕਿਸਾਨੀ ਕਾਨੂੰਨਾਂ ਨੂੰ ਲੈ ਕੇ ਟਕਰਾਅ ਪੈਦਾ ਹੋਇਆ। ਅਕਾਲੀਆਂ ਨੇ ਭਾਜਪਾ ਨੂੰ ਛੱਡਿਆ ਤੇ ਭਾਜਪਾ ਵਾਲੇ ਬਾਅਦ 'ਚ ਕਹਿੰਦੇ ਸੀ ਕਿ ਅਸੀਂ ਉਹ ਛੱਡਣ ਵਾਸਤੇ ਤਿਆਰ ਸੀ। ਹੁਣ ਭਾਜਪਾ ਨੂੰ ਵੀ ਘੱਟ ਗਿਣਤੀ ਭਾਈਚਾਰੇ ਦੀ ਅਗਵਾਈ ਕਰਦੀ ਅਕਾਲੀ ਦਲ ਦੇ ਰੂਪ ਵਿੱਚ ਇੱਕ ਚਿਹਰੇ ਦੀ ਲੋੜ ਹੈ, ਅਤੇ ਅਜਿਹੇ ਇਹ ਗੱਠਜੋੜ ਇੱਕ ਸਥਿਰ ਸਰਕਾਰ ਹੋ ਸਕਦਾ ਠੀਕ ਦੇ ਦੇਣਗੇ ਜਾਂ ਨਹੀਂ, ਇਹ ਸਮਾਂ ਦੱਸੂ। ਪਰ ਭਾਜਪਾ ਇਹਨਾਂ 'ਚ ਹੋ ਸਕਦਾ ਹੈ ਆਪਣੀਆਂ ਸ਼ਰਤਾਂ ਰੱਖ ਲਵੇ, ਛੋਟੇ ਭਰਾ ਵਾਲੀ ਸਥਿਤੀ 'ਚ ਰਹਿਣ ਦੀ ਬਜਾਏ ਬਰਾਬਰ ਦੇ ਪਾਰਟਨਰ ਦੀ ਗੱਲ ਕਰੇ। ਤੇ ਜੇਕਰ ਇਹ ਹੋ ਗਿਆ ਫਿਰ ਹੋ ਕੀ ਸਕਦਾ ਹੈ? ਫਿਰ ਪੰਜਾਬ ਦੇ ਵਿੱਚ 2024 ਦੀਆਂ ਜੋ ਲੋਕ ਸਭਾ ਚੋਣਾਂ ਹੋਣਗੀਆਂ, ਜੇ ਬਰਾਬਰਤਾ ਦੀ ਗੱਲ ਰੱਖੀ ਗਈ ਕਿ ਸਰਕਾਰ ਬਣਾਉਣੀ ਆ, ਅੱਧਾ ਦਲਾਵਾਂਗੇ, ਫਿਰ 2024 ਦੀਆਂ ਲੋਕ ਸਭਾ ਚੋਣਾਂ ਦੇ ਵਾਸਤੇ ਅਕਾਲੀ ਦਲ ਨੂੰ ਘੱਟ ਸੀਟਾਂ ਤੇ ਲੜਨਾ ਪਊਗਾ, ਭਾਜਪਾ ਜ਼ਿਆਦਾ ਸੀਟਾਂ ਦੀ ਮੰਗ ਕਰੂਗੀ, ਅਤੇ ਨਾਲ ਹੀ ਕੈਬਨਿਟ 'ਚ ਵੀ ਭਾਜਪਾ ਨੂੰ ਸਨਮਾਨਜਨਕ ਅਗਵਾਈ ਦੇਣੀ ਪਊਗੀ। ਜੇਕਰ ਅਕਾਲੀ ਤੇ ਭਾਜਪਾ ਗੱਠਜੋੜ, ਜਿਸ ਦੇ ਬਾਬਤ ਅਮਿਤ ਸ਼ਾਹ ਤੇ ਕੁਝ ਹੋਰ ਆਗੂ ਵੀ ਆਖ ਰਹੇ ਨੇ, ਇੱਕ ਬਦਲ ਭਾਈ ਆ ਵੀ ਹੋ ਸਕਦਾ ਹੈ ਕਾਂਗਰਸ ਤੇ ਆਪ ਦਾ। ਹਾਲਾਂਕਿ ਸਿਆਸਤ ਦੇ ਜਾਣਕਾਰ ਇਸ ਬਦਲ ਤੋਂ ਇਨਕਾਰ ਕਰ ਰਹੇ ਨੇ, ਪਰ ਮੈਂ ਅਕਸਰ ਕਹਿਣਾ ਹੁੰਦਾ ਕਿ ਰਾਜਨੀਤੀ ਦੇ ਵਿੱਚ ਹਮੇਸ਼ਾ ਸੰਭਾਵਨਾਵਾਂ ਰਹਿੰਦੀਆਂ ਨੇ। ਹੁਣ ਜੇਕਰ ਪੰਜਾਬ ਦੇ ਆਪਾਂ ਸਿਆਸੀ ਅਸਥਿਰਤਾ ਦੇ ਉੱਤੇ ਗੱਲ ਕਰੀਏ ਤਾਂ ਦੋਵਾਂ ਪਾਰਟੀਆਂ ਵਿਚਾਲੇ ਸਮਝੌਤੇ ਦੇ ਤਹਿਤ ਪੰਜਾਬ 'ਚ ਸਰਕਾਰ ਬਣਾਈ ਜਾ ਸਕਦੀ ਹੈ, ਕਿਉਂਕਿ ਇਹਦੇ ਤੋਂ ਪਹਿਲਾਂ ਸਾਲ 2015 ਦੇ ਵਿੱਚ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਾਂਗਰਸ ਦੇ ਬਾਹਰੀ ਸਮਰਥਨ ਦੇ ਨਾਲ ਕੁਝ ਦਿਨਾਂ ਦੀ ਉੱਥੇ ਸਰਕਾਰ ਬਣਾਈ ਸੀ। ਹਾਲਾਂਕਿ ਕੇਜਰੀਵਾਲ ਇਸ ਤੋਂ ਪਹਿਲਾਂ ਕਿਸੇ ਵੀ ਪਾਰਟੀ ਦਾ ਸਮਰਥਨ ਲੈਣ ਤੋਂ ਇਨਕਾਰ ਕਰਦੇ ਆ ਰਹੇ ਨੇ, ਪਰ ਭਾਜਪਾ ਨੂੰ ਸੱਤਾ ਤੋਂ ਲਾਂਭੇ ਰੱਖਿਆ ਜਾ ਸਕੇ, ਇਹਦੇ ਵਾਸਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਮਝੌਤਾ ਵੀ ਕਰ ਸਕਦੇ ਹੈ। ਅਤੇ ਜੇਕਰ ਸੀਟਾਂ ਦੀ ਗਿਣਤੀ ਬਰਾਬਰ ਹੋਈ ਤਾਂ ਦੋਵੇਂ ਪਾਰਟੀਆਂ ਹੋ ਸਕਦਾ ਕਿ 2.5 ਸਾਲ ਵਾਸਤੇ ਆਪਣਾ ਮੁੱਖ ਮੰਤਰੀ ਬਣਾ ਲੈਣ। ਹਾਲਾਂਕਿ ਇਸ ਵਾਸਤੇ ਕਾਂਗਰਸ ਨੂੰ ਬਹੁਤ ਸੋਚ ਸਮਝ ਕੇ ਫੈਸਲਾ ਲੈਣਾ ਪਊ,
ਕਿਉਂਕਿ 2015 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਦਿੱਲੀ ਦੇ ਵਿੱਚ ਕਾਂਗਰਸ ਨੇ ਬਾਹਰੋਂ ਸਮਰਥਨ ਦਿੱਤਾ ਤੇ ਘਾਤਕ ਸਿੱਧ ਹੋਇਆ ਸੀ। ਆਮ ਆਦਮੀ ਪਾਰਟੀ ਨੇ ਕਾਂਗਰਸ ਤੇ ਪੂਰੇ ਵੋਟ ਬੈਂਕ ਤੇ ਕਬਜ਼ਾ ਕੀਤਾ, ਦਿੱਲੀ ਵਿਧਾਨ ਸਭਾ ਦੇ ਵਿੱਚ ਜ਼ੀਰੋ ਕਰ ਦਿੱਤਾ ਸੀ ਤੇ ਲੋਕ ਸਭਾ ਚੋਣਾਂ 'ਚ ਵੀ ਕਾਂਗਰਸ ਉੱਥੋਂ ਕੋਈ ਹਲਕਾ ਜਿੱਤ ਨਹੀਂ ਸੀ ਸਕੀ। ਪਰ ਸੰਭਾਵਨਾ ਹੈ ਕਿ ਕਾਂਗਰਸ ਤੇ ਆਪ ਹੀ ਮਿਲ ਸਕਦੇ ਆ। ਇੱਕ ਸੰਭਾਵਨਾ ਆ ਸ਼ਾਇਦ ਤੁਹਾਨੂੰ ਜੱਗੋਂ 13ਵੀਂ ਲੱਗੇ ਕਿ ਕੀ ਅਕਾਲੀ ਭਾਜਪਾ ਨਾਲ ਹੀ ਗੱਠਜੋੜ ਕਰ ਸਕਦੇ ਆ ਜਾਂ ਕਾਂਗਰਸ ਨਾਲ ਵੀ ਕਰ ਸਕਦੇ ਆ। ਇਹ ਬਹੁਤ ਮਹੱਤਵਪੂਰਨ ਹੈ। ਇਹ ਹੋ ਸਕਦਾ ਹੈ ਕਿਉਂਕਿ ਕੁਝ ਸਿਆਸੀ ਮਾਹਰ ਮੰਨਦੇ ਆ ਕਿ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੇ ਵਾਸਤੇ ਅਕਾਲੀ ਦਲ ਦੀ ਭੂਮਿਕਾ ਅਹਿਮ ਹੋਣੀ ਹੈ। ਭਾਵੇਂ ਅਕਾਲੀ ਭਾਜਪਾ ਨਾਲ ਰਲਣ, ਭਾਵੇਂ ਉਹ ਕਾਂਗਰਸ ਨਾਲ ਰਲਣ ਜਾਂ ਆਮ ਆਦਮੀ ਪਾਰਟੀ ਨਾਲ ਰਲਣ, ਕਿਉਂਕਿ ਸੰਭਾਵਨਾਵਾਂ ਕੁਝ ਵੀ ਹੋ ਸਕਦੀਆਂ ਨੇ। ਪਰ ਜੇ ਮਾਹਿਰਾਂ ਦੀ ਗੱਲ ਤੇ ਧਿਆਨ ਮਾਰੀਏ, ਉਹ ਕਹਿੰਦੇ ਜੇਕਰ ਮਹਾਰਾਸ਼ਟਰ ਦੇ ਵਿੱਚ ਕਾਂਗਰਸ ਅਤੇ ਸ਼ਿਵ ਸੈਨਾ ਮਿਲ ਕੇ ਸਰਕਾਰ ਬਣਾ ਸਕਦੇ ਹੈ ਤਾਂ ਫਿਰ ਅਕਾਲੀ ਦਲ ਪੰਜਾਬ ਦੀ ਇੱਕੋ ਇੱਕ ਇਸ ਤਰ੍ਹਾਂ ਦੀ ਪਾਰਟੀ ਹੈ ਜਿਹੜੀ ਕਿਸੇ ਨਾਲ ਵੀ ਗੱਠਜੋੜ ਕਰ ਸਕਦੀ ਹੈ। ਜਾਂ ਕਹਿੰਦੇ ਇਹ ਵੀ ਹੋ ਸਕਦਾ ਹੈ ਕਿ ਇਹ ਸਾਰੀਆਂ ਧਿਰਾਂ ਆਮ ਆਦਮੀ ਪਾਰਟੀ ਨੂੰ ਸੱਤਾ ਚੋਂ ਬਾਹਰ ਰੱਖਣ ਦੇ ਵਾਸਤੇ ਜਿੰਨੀਆਂ ਵੀ ਰਵਾਇਤੀ ਧਿਰਾਂ ਨੇ ਸਾਰੀਆਂ ਇਕੱਠੀਆਂ ਹੋ ਜਾਣ, ਖਿਚੜੀ ਜੀ ਪਕਾ ਲੈਣ ਤੇ ਪੰਜਾਬ ਦੇ ਲੋਕਾਂ ਵਾਸਤੇ ਹੈਰਾਨੀਜਨਕ ਖਬਰ ਹੋਊਗੀ ਤੇ ਹੈਰਾਨੀਜਨਕ ਗੱਠਜੋੜ ਸਾਹਮਣੇ ਆ ਸਕਦਾ ਹੈ ਕਿ ਉਹ 'ਚ ਅਕਾਲੀ ਵੀ ਹੋਣ, ਉਹ 'ਚ ਕਾਂਗਰਸ ਵੀ ਹੋਵੇ ਤੇ ਉਹ 'ਚ ਭਾਜਪਾ ਵੀ ਹੋਵੇ ਤਾਂ ਕਿ ਆਮ ਆਦਮੀ ਪਾਰਟੀ ਨੂੰ ਬਾਹਰ ਰੱਖਿਆ ਜਾ ਸਕੇ। ਹੁਣ ਭਾਜਪਾ ਦੇ ਵੱਲੋਂ ਖਬਰਾਂ ਮਿਲ ਰਹੀਆਂ ਨੇ, ਹਾਲਾਂਕਿ ਨਤੀਜੇ 10 ਤਰੀਕ ਨੂੰ ਆਉਣੇ, 10 ਮਾਰਚ ਨੂੰ ਆਉਣੇ ਹੈ, ਕਿ ਜੋੜ ਤੋੜ ਸ਼ੁਰੂ ਕਰ ਦਿੱਤਾ ਗਿਆ ਹੈ। ਸਿਆਸੀ ਹਲਕਿਆਂ ਦੇ ਵਿੱਚ ਚਰਚਾ ਹੈ ਕਿ ਕਿਸੇ ਵੀ ਪਾਰਟੀ ਨੂੰ ਜੇਕਰ ਬਹੁਮਤ ਨਾ ਮਿਲਿਆ ਤਾਂ ਭਾਜਪਾ ਤੇ ਅਕਾਲੀ ਦਲ ਬਾਦਲ ਵਾਲੇ ਮਿਲ ਕੇ ਆਪ ਅਤੇ ਕਾਂਗਰਸ ਦੇ ਵਿੱਚੋਂ ਕੁਝ ਮੈਂਬਰ ਤੋੜ ਕੇ ਸਰਕਾਰ ਬਣਾ ਸਕਦੇ ਹੈ। ਪਰ ਇਹ ਤਾਂ ਸੰਭਵ ਹੈ ਜੇਕਰ ਆਮ ਆਦਮੀ ਪਾਰਟੀ ਦੀਆਂ ਸੀਟਾਂ ਬਹੁਮਤ ਤੋਂ ਕਾਫੀ ਜ਼ਿਆਦਾ ਘੱਟ ਹੋਈਆਂ ਅਤੇ ਕਾਂਗਰਸ ਦਾ ਵੀ ਤਕਰੀਬਨ ਇਹੋ ਹੀ ਹਾਲ ਹੋਇਆ। ਇਹਦੇ ਨਾਲ ਹੀ ਗੰਗਾ ਨਗਰ ਦੇ ਵਿੱਚ ਭਾਜਪਾ ਦੇ ਕੌਮੀ ਸਕੱਤਰ ਪਹੁੰਚੇ ਹੋਏ ਸੀ। ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ। ਉਹ ਕਹਿੰਦੇ ਪੰਜਾਬ ਦੇ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਬਣਨੀ ਹੈ, ਇਸ ਕਰਕੇ ਅਸੀਂ ਹਰ ਪਾਰਟੀ ਵਾਸਤੇ ਆਪਣੇ ਦਰਵਾਜ਼ੇ ਖੁੱਲ੍ਹੇ ਰੱਖੇ ਹੋਏ ਨੇ। ਹੁਣ ਆਹ ਗੱਲ ਉਹਨਾਂ ਨੇ ਸਾਫ਼ ਨਹੀਂ ਕੀਤੀ ਕਿ ਦਰਵਾਜ਼ੇ ਖੁੱਲ੍ਹੇ ਰੱਖਣ ਦਾ ਮਤਲਬ ਕੀ ਸਿਰਫ ਗੱਠਜੋੜ ਕਰਨ ਵਾਸਤੇ, ਜਾਂ ਉਹਨਾਂ ਦੇ ਮੈਂਬਰ ਜੇਕਰ ਜਿੱਤ ਜਾਂਦੇ ਨੇ ਉਹ ਪਾਰਟੀ ਛੱਡ ਕੇ ਸਾਡੇ ਨਾਲ ਆ ਜਾਂਦੇ ਆ, ਜਾਂ ਫਿਰ ਇਹ ਵੀ ਹੋ ਸਕਦਾ ਕਿ ਪਾਰਟੀ ਛੱਡਣ ਪਰ ਕਿਸੇ ਪਾਰਟੀ ਨੂੰ ਜੁਆਇਨ ਨਾ ਕਰਨ, ਆਜ਼ਾਦ ਉਮੀਦਵਾਰ ਦੇ ਤੌਰ ਤੇ ਬਾਹਰੋਂ ਸਮਰਥਨ ਦੇਣ ਤੇ ਉਹਨਾਂ ਨੂੰ ਸਨਮਾਨਜਨਕ ਕੋਈ ਅਹੁਦਾ ਦੇ ਦਿੱਤਾ ਜਾਵੇ। ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਕਹਿ ਚੁੱਕੇ ਨੇ, ਮਨੋਰੰਜਨ ਕਾਲੀਆ ਵੀ ਕਹਿ ਚੁੱਕੇ ਨੇ, ਕੇਂਦਰੀ ਮੰਤਰੀ ਹਰਦੀਪ ਪੁਰੀ ਵੀ ਕਹਿ ਚੁੱਕੇ ਨੇ, ਇੱਥੋਂ ਤੱਕ ਕਿ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਵੀ ਆਖ ਚੁੱਕੇ ਨੇ ਕਿ ਹੋਰ ਪਾਰਟੀਆਂ ਨਾਲ ਮਿਲ ਕੇ ਸਰਕਾਰ ਬਣਾਵਾਂਗੇ ਤੇ ਅਕਾਲੀ ਦਲ ਦੇ ਨਾਲ ਵੀ ਗੱਠਜੋੜ ਕੀਤਾ ਜਾ ਸਕਦਾ ਹੈ। ਇਹ ਸੰਭਾਵਨਾਵਾਂ ਉਹ ਪ੍ਰਗਟਾ ਚੁੱਕੇ ਆ। ਇਹਦੇ ਤੋਂ ਇਲਾਵਾ ਇੱਕ ਹੋਰ ਬਦਲ ਵੀ ਹੈ। ਉਹ ਬਦਲ ਹੈ ਪੰਜਾਬ ਦੇ ਵਿੱਚ ਰਾਸ਼ਟਰਪਤੀ ਸ਼ਾਸਨ। ਹੁਣ ਜੇਕਰ ਪੰਜਾਬ ਦੇ ਚੋਣ ਨਤੀਜਿਆਂ ਦੇ ਵਿੱਚ ਲੰਗੜੀ ਵਿਧਾਨ ਸਭਾ ਬਣਦੀ ਹੈ ਅਤੇ ਕਿਸੇ ਵੀ ਪਾਰਟੀ ਨੂੰ ਕੋਈ ਬਹੁਮਤ ਮਿਲਦਾ ਨਜ਼ਰ ਹੀ ਨਹੀਂ ਆਉਂਦਾ ਤਾਂ ਆ ਜਿਹੜੇ ਬਦਲ ਮੈਂ ਤੁਹਾਡੇ ਸਾਹਮਣੇ ਰੱਖੇ ਹੈ, ਇਹਨਾਂ ਤੋਂ ਇਲਾਵਾ ਇੱਕ ਬਦਲ ਆ ਵੀ ਹੈ ਕਿ ਰਾਸ਼ਟਰਪਤੀ ਸ਼ਾਸਨ ਲੱਗ ਸਕੇ। ਹਾਲਾਂਕਿ ਸਧਾਰਨ ਪ੍ਰਕਿਰਿਆ ਦੇ ਤਹਿਤ ਉਸ ਸਮੇਂ ਵੀ ਪੰਜਾਬ ਦੇ ਰਾਜਪਾਲ ਸਭ ਤੋਂ ਵੱਡੀ ਪਾਰਟੀ ਨੂੰ ਇੱਕ ਵਾਰੀ ਸਰਕਾਰ ਬਣਾਉਣ ਦਾ ਸੱਦਾ ਜ਼ਰੂਰ ਦਿੰਦੇ ਆ। ਜੇਕਰ ਕੋਈ ਵੀ ਪਾਰਟੀ ਸਰਕਾਰ ਬਣਾਉਣ ਦੀ ਸਥਿਤੀ 'ਚ ਨਾ ਹੋਈ ਤਾਂ ਪੰਜਾਬ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਵੀ ਲੱਗ ਸਕਦਾ ਹੈ ਅਤੇ ਇਹ ਮਿਆਦ 6 ਮਹੀਨਿਆਂ ਬਾਅਦ ਵਧਾਈ ਵੀ ਜਾ ਸਕਦੀ ਹੈ, ਕਿਉਂਕਿ ਇੱਕ ਵਾਰ ਰਾਸ਼ਟਰਪਤੀ ਰਾਜ ਲੱਗਣ ਤੋਂ ਬਾਅਦ ਪੰਜਾਬ ਦੇ ਵਿੱਚ ਉਮੀਦ ਹੈ ਕਿ ਫਿਰ ਘੱਟੋ ਘੱਟ 2023 ਦੇ ਵਿੱਚ ਹਿਮਾਚਲ ਤੇ ਗੁਜਰਾਤ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ। ਸ਼ਾਇਦ ਉਦੋਂ ਤੱਕ ਰਾਸ਼ਟਰਪਤੀ ਸ਼ਾਸਨ ਲੱਗਿਆ ਰਹੇ, ਹਿਮਾਚਲ ਤੇ ਗੁਜਰਾਤ ਦੇ ਨਾਲ ਫਿਰ ਚੋਣਾਂ ਕਰਵਾਈਆਂ ਜਾਣ। ਅਜਿਹਾ ਵੀ ਸੰਭਵ ਹੈ ਕਿ ਪੰਜਾਬ 'ਚ ਚੋਣਾਂ ਨੂੰ ਅਗਲੇ 2 ਸਾਲਾਂ ਤੱਕ ਵੀ ਟਾਲਿਆ ਜਾ ਸਕਦਾ ਹੈ। ਔਰ ਭਾਰਤੀ ਜਨਤਾ ਪਾਰਟੀ ਦਰਅਸਲ ਇਹ ਚਾਹੁੰਦੀ ਵੀ ਹੈ। ਜੰਮੂ ਕਸ਼ਮੀਰ 'ਚ ਪਿਛਲੇ 2 ਸਾਲਾਂ ਤੋਂ ਵੱਧ ਸਮਾਂ ਹੋ ਗਿਆ ਇਹ ਸਥਿਤੀ ਬਣੀ ਹੋਈ ਹੈ ਤੇ ਹੁਣ ਅਗਲੀਆਂ ਚੋਣਾਂ ਦੀ ਉੱਥੇ ਤਿਆਰੀ ਹੋ ਰਹੀ ਹੈ। ਪਰ ਇਹ ਸਾਰੇ ਮੈਂ ਫਿਰ ਕਹਿ ਦਿਆਂ ਇਹ ਨਤੀਜਿਆਂ ਤੋਂ ਪਹਿਲਾਂ ਕਿਆਫੀ ਨੇ, ਇਹ ਕਿਆਸ ਨੇ, ਕਿਉਂਕਿ ਪੰਜਾਬ ਦੇ ਵੋਟਰ ਨੇ ਦਰਅਸਲ ਖੁੱਲ੍ਹ ਕੇ ਕੁਝ ਦੱਸਿਆ ਹੀ ਨਹੀਂ। ਭਗਵੰਤ ਮਾਨ ਆਖ ਰਹੇ ਨੇ ਕਿ ਸਾਡੀ ਸਰਕਾਰ ਬਣੂ, ਚਰਨਜੀਤ ਸਿੰਘ ਚੰਨੀ ਆਖ ਰਹੇ ਨੇ ਸਾਡੀ ਸਰਕਾਰ ਬਣੂ, ਭਾਜਪਾ ਵਾਲੇ ਕਹਿੰਦੇ ਨੇ ਸਾਡੀ ਸਰਕਾਰ ਬਣੂ ਤੇ ਅਕਾਲੀ ਦਲ ਵਾਲੇ ਕਹਿੰਦੇ ਨੇ ਸਾਡੀ ਸਰਕਾਰ ਬਣੂ। ਪਰ ਮੈਂ ਦੱਸ ਦਿਆਂ ਕਿ ਸਰਕਾਰ ਇੱਕੋ ਹੀ ਬਣਨੀ ਹੈ। ਹਾਂ, ਉਹਦੇ ਵਿੱਚ ਸਾਰੀਆਂ ਧਿਰਾਂ ਗੱਠਜੋੜ ਕਰ ਸਕਦੀਆਂ ਨੇ
ਕਿਸੇ ਇੱਕ ਪਾਰਟੀ ਨੂੰ ਬਾਹਰ ਰੱਖਣ ਦੇ ਵਾਸਤੇ, ਪਰ ਇਹ ਸਮਾਂ ਦੱਸੂ 10 ਮਾਰਚ ਨੂੰ ਨਤੀਜੇ ਕੀ ਆਉਂਦੇ ਨੇ। ਤੇ ਇੱਕ ਮਸਲਾ ਆ ਹੋਰ ਬਹੁਤ ਵੱਡਾ ਫਿਰ ਖੁੱਲ ਕੇ ਸਾਹਮਣੇ ਆ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ 12ਵੀਂ ਜਮਾਤ ਨੂੰ ਪੁਸਤਕ ਪੜ੍ਹਾਈ ਜਾ ਰਹੀ ਹੈ, ਪੰਜਾਬ ਦਾ ਇਤਿਹਾਸ। ਬੋਰਡ ਦੇ ਅਧਿਕਾਰੀਆਂ ਲਈ ਇਹ ਗਲੇ ਦੀ ਹੱਡੀ ਬਣ ਗਿਆ। ਉੱਥੇ ਹੀ ਆਮ ਲੋਕ ਵੀ ਇਹਦੇ ਵਿੱਚ ਦਿਨ ਪ੍ਰਤੀ ਦਿਨ ਆਪਣਾ ਯੋਗਦਾਨ ਵਧਾਉਂਦੇ ਜਾ ਰਹੇ ਨੇ, ਭਾਵ ਰੋਸ ਉਹਨਾਂ 'ਚ ਵੱਧਦਾ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਅਤੇ ਭਾਰਤੀ ਕਿਸਾਨ ਯੂਨੀਅਨ ਸਿਰਸਾ ਦੇ ਵੱਲੋਂ ਸਿੱਖਿਆ ਬੋਰਡ ਦੇ ਦਫ਼ਤਰ ਦੇ ਸਾਹਮਣੇ ਕਈ ਦਿਨਾਂ ਤੋਂ ਰਾਤ ਦਿਨ ਦਾ ਧਰਨਾ ਚੱਲ ਰਿਹਾ ਹੈ। ਉਸ ਧਰਨੇ ਦੇ ਵਿੱਚ ਆਪਣੇ ਪ੍ਰੋਗਰਾਮ ਦੇ ਵਿੱਚ ਅਕਸਰ ਸ਼ਾਮਲ ਹੁੰਦੇ ਰਹਿੰਦੇ ਨੇ ਡਾਕਟਰ ਪਿਆਰਾ ਲਾਲ ਗਰਗ। ਡਾਕਟਰ ਪਿਆਰੇ ਲਾਲ ਗਰਗ ਵੀ ਪਹੁੰਚੇ ਤੇ ਉਹਨਾਂ ਨੇ ਦੋਸ਼ ਲਗਾਇਆ ਹੈ ਕਿ ਦੋਵੇਂ ਸਰਕਾਰਾਂ ਦੀ ਇਹ ਮਿਲੀ ਭੁਗਤ ਦੇ ਕਾਰਨ ਇਹ ਪੁਸਤਕ ਅੱਜ ਵੀ ਪੜ੍ਹਾਈ ਜਾ ਰਹੀ ਹੈ। ਹਾਲਾਂਕਿ ਕਹਿੰਦੇ ਦੋਵੇਂ ਸਰਕਾਰਾਂ ਤੋਂ ਇਲਾਵਾ ਇਸ ਪੁਸਤਕ ਦੇ ਬਾਬਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਜਾਣਕਾਰੀ ਹੈ। ਡਾਕਟਰ ਗਰਗ ਹੋਰਾਂ ਨੇ ਆਖਿਆ ਕਿ ਇਸ ਵੇਲੇ ਤਕਰੀਬਨ ਇਹ ਕਿਤਾਬ 1.5 ਲੱਖ ਵਿਦਿਆਰਥੀਆਂ ਨੂੰ ਪੜ੍ਹਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਕਿਤਾਬ ਦੇ ਲੇਖਕ, ਪ੍ਰਕਾਸ਼ਕ ਅਤੇ ਸਿੱਖਿਆ ਬੋਰਡ ਨੂੰ ਇਹਦੀ ਗਲਤੀ ਦੇ ਵਾਸਤੇ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ। ਸਿਰਫ ਠਹਿਰਾ ਹੀ ਨਹੀਂ ਦਿੱਤਾ ਜਾਣਾ ਚਾਹੀਦਾ, ਉਹਨਾਂ ਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਮੁੱਦਾ ਬੜਾ ਗੰਭੀਰ ਹੈ। ਅਤੇ ਉਹਨਾਂ ਨੇ ਇਹ ਵੀ ਕਿਆਸ ਕੀਤਾ ਕਿ ਸ਼ਾਇਦ ਇਹ ਮੁੱਦਾ ਵੀ ਕਿਸਾਨ ਮੋਰਚੇ ਵਾਂਗ ਪੂਰੇ ਪੰਜਾਬ 'ਚ ਫੈਲ ਜਾਵੇ। ਡਾਕਟਰ ਗਰਗ ਦੇ ਅਨੁਸਾਰ ਪਹਿਲਾਂ ਵੀ ਇਸ ਮੁੱਦੇ ਤੇ ਧਰਨੇ ਲੱਗੇ, ਪਰ ਸਰਕਾਰ ਨੇ ਕੋਈ ਕਾਰਵਾਈ ਕੀਤੀ ਨਹੀਂ। ਪਰ ਹੁਣ ਇਹ ਮੋਰਚਾ ਦਿਨ ਪ੍ਰਤੀ ਦਿਨ ਜ਼ੋਰ ਫੜਦਾ ਜਾ ਰਿਹਾ ਹੈ ਅਤੇ ਸਰਕਾਰ ਨੂੰ ਪਹਿਲ ਕਰਨੀ ਚਾਹੀਦੀ ਹੈ ਤੇ ਮਸਲਾ ਹੱਲ ਕਰਨਾ ਚਾਹੀਦਾ ਹੈ। ਕਿਤਾਬ ਤੇ ਤੁਰੰਤ ਪਾਬੰਦੀ ਲਗਾ ਦੇਣੀ ਚਾਹੀਦੀ ਹੈ। ਅਤੇ ਇਸ ਧਰਨੇ ਦੀ ਅਗਵਾਈ ਕਰ ਰਹੇ ਨੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ। ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਮਾਮਲੇ ਦੇ ਵਿੱਚ ਦੋਸ਼ੀ ਅਧਿਕਾਰੀ ਨੂੰ ਸਜ਼ਾ ਦਿਵਾਏ ਬਗੈਰ ਉਹ ਇਹ ਧਰਨਾ ਨਹੀਂ ਚੁੱਕਣਗੇ। ਹੁਣ ਵੇਖਦੇ ਹਾਂ ਕਿ ਇਸ ਧਰਨੇ ਨੂੰ ਲਗਾਉਣ ਤੋਂ ਬਾਅਦ ਕੀ ਸਰਕਾਰ ਦੇ, ਕੀ ਪ੍ਰਸ਼ਾਸਨ ਦੇ ਕੰਨਾਂ ਤੇ ਜੂੰ ਸਰਕਦੀ ਹੈ। ਜੇ ਸੱਚਮੁੱਚ ਇਤਿਹਾਸ ਦੇ ਨਾਲ ਖਿਲਵਾੜ ਹੋ ਰਿਹਾ ਹੈ ਤਾਂ ਉਹ ਕੌਣ ਲੋਕ ਨੇ ਜਿਹੜੇ ਜਾਣ ਬੁੱਝ ਕੇ ਇਸ ਤਰ੍ਹਾਂ ਦਾ ਇਤਿਹਾਸ ਲਿਖਵਾ ਰਹੇ ਨੇ ਤੇ ਫਿਰ ਬੱਚਿਆਂ ਨੂੰ ਪੜ੍ਹਾ ਰਹੇ ਨੇ। ਕਿਉਂਕਿ ਆਪਾਂ ਅਕਸਰ ਕਹਿੰਦੇ ਹਾਂ ਕਿ ਬੱਚੇ ਇੱਕ ਕੋਰੀ ਸਲੇਟ ਨੇ, ਜਿਹੋ ਜਿਹਾ ਉਹਨਾਂ ਤੇ ਉਕਰਾਂਗੇ, ਜੋ ਉਹਦੇ ਤੇ ਲਿਖਾਂਗੇ ਉਹ ਲਿਖਿਆ ਜਾਣਾ ਹੈ ਤੇ ਫਿਰ ਉਹ ਚਿਰ ਸਦੀਵੀ ਹੋ ਜਾਣਾ ਹੈ। ਇਸ ਕਰਕੇ ਫੌਰੀ ਤੌਰ ਦੇ ਉੱਤੇ ਇਹ ਪਹਿਲੀ ਵਾਰੀ ਨਹੀਂ ਹੋਇਆ, ਸਮੇਂ-ਸਮੇਂ ਤੇ ਇਸ ਤਰ੍ਹਾਂ ਦੀਆਂ ਗਲਤੀਆਂ ਜਾਂ ਜਾਣ ਬੁੱਝ ਕੇ ਇਹ ਕੰਮ ਕੀਤਾ ਜਾ ਰਿਹਾ ਹੈ। ਇਤਿਹਾਸ ਨੂੰ ਤੋੜਿਆ ਜਾ ਰਿਹਾ ਹੈ, ਮਰੋੜਿਆ ਜਾ ਰਿਹਾ ਹੈ। ਕਿਉਂਕਿ ਬਾਅਦ ਦੇ ਵਿੱਚ ਭਾਈ ਹਵਾਲੇ ਦਿੱਤੇ ਜਾਂਦੇ ਨੇ ਕਿ ਫਲਾਣੀ ਕਿਤਾਬ ਦੇ ਵਿੱਚੋਂ ਲਿਖਿਆ ਜੀ। ਕਿਤਾਬਾਂ ਦੇ ਹਵਾਲੇ ਦੇ ਕੇ ਇਤਿਹਾਸ ਫਿਰ ਸੁਣਾਇਆ ਜਾਏਗਾ। ਸੋ ਉਮੀਦ ਹੈ ਕਿ ਇਸ ਮਸਲੇ ਦੇ ਉੱਤੇ ਸਰਕਾਰਾਂ ਤੇ ਪ੍ਰਸ਼ਾਸਨ ਫੌਰੀ ਤੌਰ ਤੇ ਕਦਮ ਚੁੱਕ ਲੈਣਗੀਆਂ। ਸੋ ਦੋਸਤੋ, ਇਹ ਸੀ ਆਪਣਾ ਕੁੱਲ ਮਿਲਾ ਕੇ ਅੱਜ ਦਾ ਪ੍ਰੋਗਰਾਮ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਹੁਣ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।